ਵਾਹੋ ਪ੍ਰਗਟਿਓ ਮਰਦ ਅਗੰਮੜਾ ਵਰਿਆਮ ਅਕੇਲਾ। ਵਾਹੋ ਵਾਹੋ ਗੋਬਿੰਦ ਸਿੰਘ ਆਪੇ ਗੁਰ ਚੇਲਾ। ਬੇਸ਼ੁਮਾਰ ਅਥਾਹ ਅਗੰਤ ਅਤੁਲੈ। ਜਿਉ ਬੁਲਾਵੋ ਤਿਉ ਨਾਨਕ ਦਾਸ ਬੋਲੇ। ਪਰਮ ਸਨਮਾਨਯੋਗ ਜੁਗੋ ਜੁਗ ਅਟਲ ਤਖਤ ਚੌਵਰ ਛਤਰ ਦੇ ਮਾਲਕ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਮਹਾਂਪੁਰਖ ਸੰਤ ਬਾਬਾ ਪ੍ਰੇਮ ਸਿੰਘ ਜੀ ਮੁਰਾਲੇ ਵਾਲਿਆਂ ਦੀ ਬਰਸਾਈ ਹੋਈ ਨਗਰੀ ਪਦਾਸ ਦੇ ਅੰਦਰ ਸਾਹਿਬੇ ਕਮਾਲ ਪੁੱਤਰਾਂ ਦੇ ਦਾਨੀ ਸਰਬੰਸ ਦਾਤੇ ਅੰਮ੍ਰਿਤ ਕੇ ਦਾਤੇ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਪਾਤਸ਼ਾਹ ਜੀ ਦਾ 354ਵਾਂ ਪ੍ਰਕਾਸ਼ ਗੁਰਪੁਰਬ ਸਤਿਗੁਰੂ ਮਹਾਰਾਜ ਜੀ ਦੀ ਪਾਵਨ ਪਵਿੱਤਰ ਰਹਿਨੁਮਾਈ ਦੇ ਹੇਠ ਆਪ ਸੰਗਤ ਮਨਾ ਰਹੇ ਹੋ, ਭਾਗਾਂ ਵਾਲੇ ਹੋ। ਕੁਝ ਸਮਾਂ ਵਿਚਾਰਾਂ ਕਰਨ ਤੋਂ ਪਹਿਲਾਂ ਆਓ ਸਤਿਗੁਰੂ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਹਾਜ਼ਰੀ ਲਵਾਉਣਾ ਕਰੀਏ। ਕੋਈ ਵੀ ਰਸਨਾ ਵਾਂਝੀ ਨਾ ਰਹੇ। ਮਨ ਬਿਰਤੀਆਂ ਇਕਾਗਰ ਕਰਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਬਖਸ਼ਿਸ਼ ਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਜੇ ਸਮੁੱਚਾ ਜੀਵਨ ਦਰਸ਼ਨ ਕਰੀਏ, ਇਤਿਹਾਸਿਕ ਤੱਥਾਂ ਨੂੰ ਦੇਖੀਏ ਤੇ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਇਸ ਮਾਤ ਲੋਕ ਦੇ ਅੰਦਰ ਤਕਰੀਬਨ 42 ਸਾਲ ਆਪਣੀ ਸਰੀਰਕ ਉਮਰ ਜਿਹੜੀ ਹੈ ਉਹ ਹੰਡਾਉਣਾ ਕੀਤੀ ਹੈ। ਇਸ 42 ਸਾਲ ਦੀ ਉਮਰ ਦੇ ਵਿੱਚ ਸਤਿਗੁਰੂ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਅਨੇਕਾਂ ਕੌਤਕ ਕੀਤੇ। ਔਰ ਇਹ ਵੀ ਸੱਚ ਹੈ ਕਿ ਸਤਿਗੁਰੂ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਜੀ ਜੋ ਸੰਸਾਰ ਦੇ ਵਿੱਚ ਕਰਕੇ ਗਏ ਹਨ, ਉਸ ਕੀਤੇ ਹੋਏ ਨੂੰ ਉਹ 42 ਸਾਲ ਦੇ ਜੀਵਨ ਦੇ ਸਫ਼ਰ ਨੂੰ ਜੇਕਰ 42 ਯੁੱਗ ਵੀ ਅਸੀਂ ਬਿਆਨ ਕਰਦੇ ਰਹੀਏ ਤੇ ਤਾਂ ਵੀ ਅਸੀਂ ਸਤਿਗੁਰੂ ਮਹਾਰਾਜ ਜੀ ਦੇ ਜੀਵਨ ਨੂੰ ਬਿਆਨ ਨਹੀਂ ਕਰ ਸਕਦੇ। ਔਰ ਇਹ ਵੀ ਇਤਿਹਾਸਿਕ ਇੱਕ ਤੱਥ ਹੈ ਕਿ ਅੱਜ ਤੱਕ ਸੰਸਾਰ ਦੇ ਉੱਪਰ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਜੀ ਤੋਂ ਇਲਾਵਾ ਕਿਸੇ ਵੀ ਦੁਨਿਆਵੀ ਰਹਿਬਰ ਨੇ ਆਪਣਾ ਜੀਵਨ ਆਪ ਨਹੀਂ ਲਿਖਿਆ। ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਜੀ ਆਪਣੇ ਜੀਵਨ ਦੀ ਗੱਲ ਕਰਦਿਆਂ ਲਿਖਦੇ ਹਨ, ਅਬ ਮੈਂ ਆਪਣੀ ਕਥਾ ਬਖਾਨੋ ਤਪ ਸਾਧਤ ਯਹ ਬਿਦ ਮੁਹਿਆਨੋ। ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਕਹਿੰਦੇ ਨੇ, ਮੈਂ ਹੁਣ ਆਪਣੀ ਕਥਾ ਤੁਹਾਨੂੰ ਸੁਣਾਉਣ ਲੱਗਿਆ ਹਾਂ। ਔਰ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਨੇ, ਤਪ ਸਾਧਤ ਯਹ ਬਿਦ ਮੁਹਿਆਨੋ। ਇੱਕੇ ਹੀ ਪੰਕਤੀ ਦੇ ਵਿੱਚ ਸਤਿਗੁਰੂ ਮਹਾਰਾਜ ਪਿਛਲੇ ਜਨਮ ਦੀ ਤੇ ਆਉਣ ਦਾ ਕਾਰਨ ਦੱਸ ਦਿੰਦੇ ਆ ਕਿ ਮੈਂ ਤਪ ਸਾਧਨਾ ਕਰਦਿਆਂ ਹੋਇਆਂ ਮੈਨੂੰ ਪਰਮੇਸ਼ਰ ਦਾ ਹੁਕਮ ਹੋਇਆ, ਤਪ ਸਾਧਤ ਯਹ ਬਿਦ ਮੁਹਿਆਨੋ। ਇਸ ਤਰੀਕੇ ਦੇ ਨਾਲ ਮੈਨੂੰ ਮੇਰੇ ਮਾਲਕ ਅਕਾਲ ਪੁਰਖ ਨੇ ਸੰਸਾਰ ਤੇ ਭੇਜਣਾ ਕੀਤਾ ਹੈ। ਸੱਚੇ ਪਾਤਸ਼ਾਹ ਮਹਾਰਾਜ ਅੱਗੇ ਲਿਖਦੇ ਨੇ ਕਿ ਹੇਮਕੁੰਡ ਪਰਬਤ ਹੈ ਜਹਾਂ, ਸਬਤ ਸ੍ਰਿੰਗ ਸੋਬਤ ਹੈ ਤਹਾਂ। ਹੇਮਕੁੰਡ ਤੇ ਨਾਮ ਕਹਾਵਾ, ਪੰਡ ਰਾਜ ਜਹ ਜੋਗ ਕਮਾਵਾ। ਤੈ ਹਮ ਅਨਕ ਤਪੱਸਿਆ ਸਾਦੀ, ਮਹਾਕਾਲ ਕਾਲ ਕਾ ਅਰਾਦੀ। ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਨੇ, ਮੈਂ ਉਸ ਥਾਂ ਤੇ ਤਪ ਕੀਤਾ ਜਿੱਥੇ ਹੇਮ ਬਰਫ਼ ਦਾ ਇੱਕ ਕੁੰਡ ਬਣਦਾ ਹੈ।
ਜਿੱਥੇ ਸਬਤ ਸ੍ਰਿੰਗ ਸੱਤ ਚੋਟੀਆਂ ਜਿਹੜੀਆਂ ਨੇ ਉਹ ਆਕਾਸ਼ ਨੂੰ ਛੂੰਹਦੀਆਂ ਪਈਆਂ ਨੇ। ਤੇ ਸਤਿਗੁਰੂ ਮਹਾਰਾਜ ਕਹਿੰਦੇ ਨੇ ਇਹ ਬਿਦ ਕਰਤ ਤਪੱਸਿਆ ਭਇਓ ਦੁਆਈ ਤੇ ਏਕ ਰੂਪ ਹੋਏ ਗਇਓ। ਉਥੇ ਇੰਨਾ ਕੁ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਮੈਂ ਤਪ ਕੀਤਾ, ਤਪ ਕਰਦਿਆਂ ਕਰਦਿਆਂ ਬੰਦਗੀ ਸੇਵਾ ਨਾਮ ਜਪਦਿਆਂ ਹੋਇਆਂ ਕਹਿੰਦੇ ਨੇ ਪ੍ਰਮਾਤਮਾ ਨੇ ਇੰਨੀ ਕਿਰਪਾ ਕੀਤੀ ਦੁਆਏ ਤੇ ਏਕ ਰੂਪ ਹੋਏ ਗਇਓ। ਹੁਣ ਵੇਖਣ ਨੂੰ ਦੋ ਲੱਗਦੇ ਸੀ ਪਰ ਕਹਿੰਦੇ ਨੇ ਰੂਪ ਅੰਦਰ ਜਿਹੜਾ ਹਿਰਦਾ ਸੀ ਉਹ ਇੱਕ ਹੋ ਚੁੱਕਿਆ ਸੀ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਐਸੇ ਖਿਆਲਾਤ ਜਿਹੜੇ ਨੇ ਉਹ ਪਾਵਨ ਬਾਣੀ ਦੇ ਵਿੱਚ ਵੀ ਸਤਿਗੁਰੂ ਮਹਾਰਾਜ ਜੀ ਬਖਸ਼ਿਸ਼ ਕਰਦੇ ਆ। ਭਗਤ ਕਬੀਰ ਸਾਹਿਬ ਜੀ ਦੇ ਅਸੀਂ ਬਚਨ ਪੜ੍ਹਦੇ ਆ। ਭਗਤ ਕਬੀਰ ਸਾਹਿਬ ਜੀ ਕਹਿੰਦੇ ਨੇ ਕਿ ਅਬ ਤੋਂ ਜਾਏ ਚੜੇ ਸਿੰਘਾਸਨ ਮਿਲੇ ਹੈ ਸਾਰੰਗ ਪਾਣੀ ਰਾਮ ਕਬੀਰਾ ਏਕ ਪਏ ਹੈ ਕੋਈ ਨਾ ਸਕੇ ਪਛਾਣੀ। ਨਾਮ ਜਪਦਿਆਂ ਹੋਇਆਂ ਜਿਸ ਦਿਨ ਹਿਰਦਾ ਪਵਿੱਤਰ ਹੋ ਜਾਂਦਾ ਹੈ ਤੇ ਕਬੀਰ ਸਾਹਿਬ ਕਹਿੰਦੇ ਨੇ ਮੈਂ ਉਸ ਥਾਂ ਤੇ ਜਾ ਕੇ ਬੈਠ ਗਿਆ ਜਿੱਥੇ ਪਰਮਾਤਮਾ ਬੈਠਾ ਹੈ। ਤੇ ਕਹਿੰਦੇ ਮੈਨੂੰ ਬੈਠਿਆਂ ਦੇਖ ਕੇ ਹੁਣ ਦੇਖਣ ਵਾਲੇ ਵੀ ਕਹਿੰਦੇ ਸੀ ਨਹੀਂ ਹੁਣ ਤਾਂ ਪਛਾਣਿਆ ਨਹੀਂ ਜਾਂਦਾ ਕਿ ਅੱਗੇ ਕਬੀਰ ਬੈਠਾ ਹੈ ਕਿ ਰਾਮ ਬੈਠਾ ਹੈ। ਅਬ ਤੋਂ ਜਾਏ ਚੜੇ ਸਿੰਘਾਸਨ ਮਿਲੇ ਹੈ ਸਾਰੰਗ ਪਾਣੀ ਰਾਮ ਕਬੀਰਾ ਏਕ ਪਏ ਹੈ। ਹੁਣ ਦੁਆਏ ਤੇ ਏਕ ਰੂਪ ਹੋਏ ਗਇਓ। ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਨੇ ਹੁਣ ਦੋਵਾਂ ਤੋਂ ਇੱਕ ਹੋ ਗਏ ਹਾਂ। ਇਹਨੂੰ ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਇਹ ਵੀ ਕਹਿੰਦੇ ਨੇ ਕਿ ਧਨ ਫਿਰ ਇਹ ਨਾ ਆਖੀਨ ਬਹਿਨ ਇਕੱਠੇ ਹੋਏ ਏਕ ਜੋਤ ਦੋਏ ਮੂਰਤੀ ਧਨ ਫਿਰ ਕਹੀਏ ਸੋਏ। ਸਤਿਗੁਰੂ ਮਹਾਰਾਜ ਗੁਰੂ ਅਮਰਦਾਸ ਕਹਿੰਦੇ ਨੇ ਕਿ ਨਹੀਂ ਕੱਲਾ ਇਸ ਤਰ੍ਹਾਂ ਨਹੀਂ ਕਿ ਸਰੀਰ ਕਰਕੇ ਪਤੀ ਤੇ ਪਤਨੀ ਬੈਠੇ ਆ ਤੇ ਇਹ ਗ੍ਰਸਤੀ ਜੀਵਨ ਆ। ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਕਹਿੰਦੇ ਜਿੱਦਣ ਮਨ ਕਰਕੇ ਇੱਕ ਹੋ ਜਾਂਦੇ ਆ ਨਾ ਸੁਰਤ ਕਰਕੇ ਇੱਕ ਹੋ ਗਏ ਤੇ ਕਹਿੰਦੇ ਨੇ ਧਨ ਫਿਰ ਕਹੀਏ ਸੋਏ। ਏਕ ਜੋਤ ਦੋਏ ਮੂਰਤੀ ਮੂਰਤਾਂ ਦੇਖਣ ਨੂੰ ਦੋ ਲੱਗਣ ਤੇ ਗੁਰੂ ਅਮਰਦਾਸ ਮਹਾਰਾਜ ਪਾਤਸ਼ਾਹ ਕਹਿੰਦੇ ਨੇ ਸੋਚ ਅੰਦਰੋਂ ਇੱਕ ਹੋ ਜਾਏ। ਇਹਨੂੰ ਹੀ ਸਤਿਗੁਰੂ ਮਹਾਰਾਜ ਪਾਤਸ਼ਾਹ ਕਹਿੰਦੇ ਨੇ ਕਿ ਇਹ ਬਿਦ ਕਰਤ ਤਪੱਸਿਆ ਭਇਓ ਦੁਆਈ ਤੇ ਏਕ ਰੂਪ ਹੋਏ ਗਇਓ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਉਹਨਾਂ ਨੇ ਅੱਗੇ ਕਿਰਪਾ ਕੀਤੀ। ਸਤਿਗੁਰੂ ਮਹਾਰਾਜ ਕਹਿੰਦੇ ਨੇ ਤਾਤ ਮਾਤ ਮੁਰ ਅਲਖ ਅਰਾਧਾ ਬਹੁ ਬਿਦ ਜੋਗ ਸਾਧਨਾ ਸਾਧਾ ਤਿਨ ਪ੍ਰਭ ਕਰੀ ਅਲਖ ਕੀ ਸੇਵਾ ਤਾਂ ਤੇ ਭਏ ਪ੍ਰਸੰਨ ਗੁਰਦੇਵਾ। ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਨੇ ਕੱਲਾ ਮੇਰੇ ਪਿਤਾ ਦਾ ਤਪ ਨਹੀਂ। ਸਤਿਗੁਰੂ ਮਹਾਰਾਜ ਕਹਿੰਦੇ ਨੇ ਮੇਰੀ ਮਾਂ ਨੇ ਵੀ ਬਾਹਰ ਜੇਕਰ ਸਤਿਗੁਰੂ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਮਹਾਰਾਜ ਜੀ ਦਾ ਅਸੀਂ ਜੀਵਨ ਦੇਖਦੇ ਆ ਪੜ੍ਹਦੇ ਆ ਤੇ ਇਤਿਹਾਸ ਇਹ ਗੱਲ ਕਹਿੰਦਾ ਹੈ ਕਿ ਸਤਿਗੁਰੂ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਮਹਾਰਾਜ 26 ਸਾਲ 9 ਮਹੀਨੇ ਤੇ 13 ਦਿਨ ਇੱਕ ਥਾਂ ਜਿਹਨੂੰ ਅਸੀਂ ਭੋਰਾ ਸਾਹਿਬ ਕਰਕੇ ਆਖਦੇ ਆ ਬਾਬੇ ਬਕਾਲੇ ਦੀ ਉਸ ਧਰਤੀ ਤੇ ਮਹਾਰਾਜ ਨੇ ਤਪ ਕੀਤਾ ਹੈ। ਤੇ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਨੂੰ 26 ਸਾਲ 9 ਮਹੀਨੇ 13 ਦਿਨ ਬਾਅਦ ਜੇਕਰ ਕਿਸੇ ਨੇ ਪ੍ਰਗਟ ਕੀਤਾ ਉਹ ਹੈ ਬਾਬਾ ਮੱਖਣ ਸ਼ਾਹ ਲੁਬਾਣਾ ਜੀ ਨੇ। ਤੇ ਜੇ ਸਤਿਗੁਰੂ ਮਹਾਰਾਜ ਅੰਦਰ ਬੈਠਿਆਂ ਤਪ ਕਰਦੇ ਪਏ ਨੇ ਤੇ ਬਾਹਰ ਬੈਠੀ ਮਾਤ ਗੁਜਰੀ ਨੇ ਵੀ ਉਹਨਾਂ ਤਪ ਕੀਤਾ। ਤੇ ਸੱਚੇ ਪਾਤਸ਼ਾਹ ਮਹਾਰਾਜ ਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਤਾਤ ਮਾਤ ਮੁਰ ਅਲਖ ਅਰਾਧਾ ਬਹੁ ਵਿਦ ਜੋਗ ਸਾਧਨਾ ਸਾਧਾ ਤਿੰਨ ਪ੍ਰਭ ਕਰੀ ਅਲਖ ਕੀ ਸੇਵਾ ਤਾਂ ਤੇ ਭਏ ਪ੍ਰਸੰਨ ਗੁਰਦੇਵਾ। ਕਹਿੰਦੇ ਨੇ ਜਦੋਂ ਫਿਰ ਇੰਨਾ ਕੁ ਤਪ ਕੀਤਾ ਇੰਨਾ ਕੁ ਉਹਨਾਂ ਨੇ ਨਾਮ ਜਪਿਆ ਤੇ ਉਹਨਾਂ ਦੇ ਜਪੇ ਹੋਏ ਨਾਮ ਕਰਕੇ ਰੱਬ ਖੁਸ਼ ਹੋ ਕੇ ਤਾਂ ਤੇ ਪ੍ਰਸੰਨ ਭਏ ਗੁਰਦੇਵਾ। ਤੇ ਸਤਿਗੁਰੂ ਮਹਾਰਾਜ ਪਾਤਸ਼ਾਹ ਕਹਿੰਦੇ ਨੇ ਜਬ ਹੀ ਜਾਤ ਤਰਬੇਨੀ ਭਏ। ਕੀਰਤਨ ਚ ਆਪ ਜੀ ਨੇ ਸ਼ਬਦ ਸਰਵਨ ਕੀਤਾ ਸੀ। ਭਾਈ ਲਖਵਿੰਦਰ ਸਿੰਘ ਕੀਰਤਨ ਕਰ ਰਹੇ ਸੀ ਇਹ ਸ਼ਬਦ ਸੁਣਾਉਂਦੇ ਪਏ ਸੀ ਕਿ ਜਬ ਹੀ ਜਾਤ ਤਰਬੇਨੀ ਭਏ। ਤੇ ਸਤਿਗੁਰੂ ਮਹਾਰਾਜ ਕਹਿੰਦੇ ਨੇ ਕਿ ਪਟਨਾ ਸ਼ਹਿਰ ਵਿਖੇ ਭਵਲਏ ਮੋਰ ਪੁੱਤ ਪੂਰਬ ਕੀਸ ਪਿਆਨਾ ਭਾਂਤ ਭਾਂਤ ਕੇ ਤੀਰਥ ਨਾਨਾ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਨੇ ਮੇਰੇ ਮਾਤਾ ਮੇਰੇ ਪਿਤਾ ਪੂਰਬ ਨੂੰ ਗਏ ਤਰਬੇਨੀ ਦੇ ਸੰਗਮ ਜਿਹਨੂੰ ਇਲਾਹਾਬਾਦ ਕਹਿੰਦੇ ਆ ਜਿਸ ਧਰਤੀ ਦੇ ਉੱਤੇ ਗੰਗਾ ਜਮਨਾ ਤੇ ਸਰਸਵਤੀ ਦਾ ਮੇਲ ਹੁੰਦਾ ਹੈ। ਸਤਿਗੁਰੂ ਮਹਾਰਾਜ ਕਹਿੰਦੇ ਨੇ ਉਸੇ ਹੀ ਥਾਂ ਦੇ ਉੱਤੇ ਮੇਰੇ ਪਿਤਾ ਮਾਤਾ ਤੇ ਮੇਰਾ ਸੁਮੇਲ ਹੋਇਆ ਹੈ। ਸਤਿਗੁਰੂ ਮਹਾਰਾਜ ਪਾਤਸ਼ਾਹ ਕਹਿੰਦੇ ਨੇ ਜਬ ਹੀ ਜਾਤ ਤਰਬੇਨੀ ਭਏ ਪਟਨਾ ਸ਼ਹਿਰ ਵਿਖੇ ਪਵਲਏ। ਸਤਿਗੁਰੂ ਮਹਾਰਾਜ ਇੱਕੇ ਪੰਕਤੀ 'ਚ ਹੀ ਆਖਦੇ ਆ ਕਿ ਤਰਬੇਨੀ ਦੇ ਸੰਗਮ ਦੇ ਉੱਤੇ ਅਸੀਂ ਮਾਤਾ ਗੁਜਰੀ ਦੀ ਕੁੱਖ ਦੇ ਵਿੱਚ ਪ੍ਰਵੇਸ਼ ਕੀਤਾ। ਤੇ ਸਤਿਗੁਰੂ ਮਹਾਰਾਜ ਕਹਿੰਦੇ ਨੇ
ਕਿ ਉਹ ਧਰਤੀ ਜਿਹਨੂੰ ਪਟਨਾ ਸਾਹਿਬ ਦੀ ਧਰਤੀ ਅਸੀਂ ਆਖਦੇ ਹਾਂ, ਜਿਸ ਧਰਤੀ ਤੇ ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਪਹਿਲੇ ਜਾਮੇ ਦੇ ਵਿੱਚ ਚਰਨ ਪਾਏ। ਸਤਿਗੁਰੂ ਮਹਾਰਾਜ ਜੀ ਦੇ ਨਾਲ ਭਾਈ ਮਰਦਾਨਾ ਤੇ ਸਤਿਗੁਰੂ ਮਹਾਰਾਜ ਨੂੰ ਆਖਦਾ, ਸੱਚੇ ਪਾਤਸ਼ਾਹ ਕਿਰਪਾ ਕਰੋ, ਮੈਨੂੰ ਭੁੱਖ ਲੱਗੀ ਆ। ਸਤਿਗੁਰੂ ਮਹਾਰਾਜ ਇੱਕ ਲਾਲ ਦੇ ਕੇ ਆਖਿਆ ਸੀ ਕਿ ਜਾ ਇਹਦਾ ਪਹਿਲੋਂ ਮੁੱਲ ਪਵਾ ਕੇ ਆ। ਭਾਈ ਮਰਦਾਨਾ ਲੈ ਕੇ ਗਏ, ਹਰ ਇੱਕ ਤੋਂ ਗਏ। ਅਖੀਰ ਤੇ ਸਾਲਸਰਾਏ ਜ਼ੋਹਰੀ ਦੇ ਕੋਲ ਜਦੋਂ ਉਹ ਲਾਲ ਲੈ ਕੇ ਗਏ ਤੇ ਸਾਲਸਰਾਏ ਜ਼ੋਹਰੀ ਨੇ 100 ਰੁਪਇਆ ਰੱਖ ਕੇ ਮੱਥਾ ਟੇਕ ਕੇ ਆਖਿਆ ਸੀ, ਮੈਂ ਇਹਨੂੰ ਖਰੀਦ ਨਹੀਂ ਸਕਦਾ, ਕੇਵਲ ਇਹਦੀ ਦਰਸ਼ਨੀ ਭੇਟਾ ਦਿੰਦਾ ਹਾਂ। ਭਾਈ ਮਰਦਾਨਾ ਪਰਤ ਕੇ ਵਾਪਸ ਆਏ, ਸੱਚੇ ਪਾਤਸ਼ਾਹ ਦੇ ਅੱਗੇ ਉਹ 100 ਰੁਪਇਆ ਰੱਖ ਦਿੱਤਾ ਤੇ ਮਹਾਰਾਜ ਨੇ ਕਿਹਾ ਸੀ, ਮਰਦਾਨਿਆਂ ਇਹ ਲਾਲ ਵੇਚਿਆ ਨਹੀਂ ਤੇ ਫਿਰ ਪੈਸੇ ਕਾਸਟ ਦੇ। ਸੱਚੇ ਪਾਤਸ਼ਾਹ ਮਹਾਰਾਜ ਉਦੋਂ ਗੁਰੂ ਨਾਨਕ ਦੇਵ ਜੀ ਨੇ ਕਿਹਾ, ਜੇ ਵਸਤ ਨਾ ਵੇਚੀਏ, ਜੇ ਮੁੱਲ ਨਾ ਦਈਏ ਤੇ ਪੈਸੇ ਕਿਸ ਦੇ ਲਈਏ। ਭਾਈ ਮਰਦਾਨਾ ਪੈਸੇ ਮੋੜ ਕੇ ਆਇਆ। ਉਹ ਜਿਹੜਾ ਸਾਲਸਰਾਏ ਸੀ ਉਹਨੂੰ ਸਮਝ ਲੱਗ ਗਈ ਕਿ ਇਹ ਕੋਈ ਪੈਸਿਆਂ ਦੇ ਨਾਲ ਖਰੀਦਿਆ ਜਾਣ ਵਾਲਾ ਨਹੀਂ। ਮਗਰ ਗਿਆ, ਅਧਰ ਕੇ ਖਾਣ ਪੀਣ ਦੀਆਂ ਵਸਤੂਆਂ ਲੈ ਕੇ ਗਿਆ। ਸਤਿਗੁਰੂ ਮਹਾਰਾਜ ਜੀ ਦੇ ਚਰਨਾਂ 'ਚ ਨਮਸਕਾਰ ਕਰਕੇ ਕਿਹਾ ਸੀ, ਸਤਿਗੁਰੂ ਮਹਾਰਾਜ ਮੇਰੇ ਤੇ ਵੀ ਕਿਰਪਾ ਕਰੋ। ਗੁਰੂ ਨਾਨਕ ਦੇਵ ਮਹਾਰਾਜ ਨੇ ਕਿਰਪਾ ਤਾਂ ਕੀਤੀ। ਸਤਿਗੁਰੂ ਮਹਾਰਾਜ ਨੇ ਕਿਹਾ, ਪਹਿਲੋ ਸਾਲਸਰਾਏ ਆਪਣੇ ਨੌਕਰ ਅਧਰ ਕੇ ਦੇ ਚਰਨਾਂ ਤੇ ਝੁਕਣਾ ਹੋਵੇਗਾ। ਹੁਣ ਜਿਸ ਧਰਤੀ ਤੇ ਗੁਰੂ ਨਾਨਕ ਦੇਵ ਮਹਾਰਾਜ ਪਹਿਲੇ ਜਾਮੇ ਦੇ ਵਿੱਚ ਮਾਲਕ ਨੂੰ ਸੇਵਕ ਦੇ ਚਰਨਾਂ 'ਚ ਝੁਕਾਉਂਦੇ ਪਏ ਨੇ, ਤੇ ਭਾਈ ਗੁਰਦਾਸ ਸਾਹਿਬ ਜੀ ਦੂਸਰੇ ਆਖਦੇ ਨੇ ਕਿ ਵਾਹ ਪ੍ਰਗਟਿਓ ਮਰਦ ਅਗੰਮੜਾ, ਵਰੇ ਆਮ ਅਕੇਲਾ, ਵਾਹੋ ਵਾਹੋ ਗੋਬਿੰਦ ਸਿੰਘ ਆਪੇ ਗੁਰ ਚੇਲਾ। ਉਸੇ ਹੀ ਧਰਤੀ ਤੇ ਜਿੱਥੇ ਗੁਰੂ ਨਾਨਕ ਪਹਿਲੇ ਜਾਮੇ ਦੇ ਵਿੱਚ ਸੇਵਕ ਦੇ ਪੈਰਾਂ 'ਚ ਮਾਲਕ ਨੂੰ ਝੁਕਾਉਂਦੇ ਆ, ਉਸੇ ਹੀ ਧਰਤੀ ਤੇ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਪ੍ਰਗਟ ਹੁੰਦੇ ਆ। ਹੁਣ ਇਹ ਪ੍ਰਗਟ ਸ਼ਬਦ ਜਿਹੜਾ ਹੈ ਨਾ, ਇਹ ਵੀ ਬੜੇ ਕਮਾਲ ਦਾ ਸਤਿਗੁਰੂ ਮਹਾਰਾਜ ਜੀ ਨੇ ਸ਼ਬਦ ਵਰਤਿਆ। ਗੁਰੂ ਨਾਨਕ ਦੇਵ ਮਹਾਰਾਜ ਸੰਸਾਰ 'ਚ ਆਉਂਦੇ ਆ ਤੇ ਭਾਈ ਗੁਰਦਾਸ ਪਹਿਲੇ ਲਿਖਦੇ ਨੇ ਕਿ ਸਤਿਗੁਰੂ ਨਾਨਕ ਪ੍ਰਗਟਿਆ, ਸ਼ਬਦ ਪ੍ਰਗਟ ਵਰਤਿਆ। ਗੁਰੂ ਗੋਬਿੰਦ ਸਿੰਘ ਮਹਾਰਾਜ ਆਉਂਦੇ ਨੇ ਸੰਸਾਰ ਦੇ ਵਿੱਚ ਤੇ ਦੂਜੇ ਭਾਈ ਗੁਰਦਾਸ ਕਹਿੰਦੇ ਨੇ, ਵਾਹ ਪ੍ਰਗਟਿਓ ਮਰਦ ਅਗੰਮੜਾ। ਜਿੱਦਣ ਖਾਲਸਾ ਤਿਆਰ ਹੁੰਦਾ ਹੈ, ਸਾਜਨਾ ਖਾਲਸੇ ਦੀ ਕਰਦੇ ਆ, ਤੇ ਉਸ ਦਿਨ ਵੀ ਸ਼ਬਦ ਵਰਤੇ ਗਏ ਕਿ ਪ੍ਰਗਟਿਓ ਖਾਲਸਾ ਪਰਮਾਤਮ ਕੀ ਮੌਜ। ਤੇ ਜਿਸ ਦਿਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਉਹ ਧਰਤੀ ਜਿਹਨੂੰ ਹਜ਼ੂਰ ਸਾਹਿਬ ਦੀ ਪਾਵਨ ਧਰਤੀ ਆਖਦੇ ਆ, ਉਸ ਧਰਤੀ ਦੇ ਉੱਪਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਗੁਰਤਾ ਗੱਦੀ ਬਖਸ਼ਿਸ਼ ਕੀਤੀ ਤੇ ਵਿਦਵਾਨ ਪੰਥਕ ਸਾਨੂੰ ਵਿਦਵਾਨਾਂ ਨੇ ਉਹ ਦੋਹਰਾ ਦੇ ਦਿੱਤਾ, ਆਗਿਆ ਭਈ ਅਕਾਲ ਕੀ ਤਬੇ ਚਲਾਇਓ ਪੰਥ, ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ, ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਦੇਹ। ਹੁਣ ਇਹ ਵੀ ਪ੍ਰਗਟ ਗੁਰਾਂ ਕੀ ਦੇਹ ਹੈ, ਤੇ ਜਿਹੜੀ ਚੀਜ਼ ਪ੍ਰਗਟ ਹੁੰਦੀ ਉਹ ਕਦੀ ਨਾਸ਼ ਨਹੀਂ ਹੁੰਦੀ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਉਹ ਧਰਤੀ ਦੇ ਉੱਤੇ ਪ੍ਰਗਟ ਹੋਣਾ, ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਆਉਣ ਤੋਂ ਪਹਿਲਾਂ ਪਹਿਲੇ ਜਾਮੇ ਦੇ ਵਿੱਚ ਸਾਲਸਰਾਏ ਨੇ ਬੇਨਤੀ ਕੀਤੀ, ਸੱਚੇ ਪਾਤਸ਼ਾਹ ਮੇਰੇ ਘਰ ਦੇ ਵਿੱਚ ਚੱਲੋ, ਚਰਨ ਪਾਓ। ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਸੀ, ਅੱਜ ਨਹੀਂ ਸਾਲਸਰਾਏ, ਸਮਾਂ ਆਵੇਗਾ ਮੈਂ ਤੇਰੇ ਘਰ ਦੇ ਵਿੱਚ ਕਈ ਸਾਲ ਰਹਿ ਕੇ ਜਾਣਾ। ਕਹਿੰਦਾ ਮਹਾਰਾਜ ਕਦੋਂ ਆਏਗਾ? ਸੱਚੇ ਪਾਤਸ਼ਾਹ ਮਹਾਰਾਜ ਨੇ ਆਖਿਆ ਸੀ, ਸਾਲਸਰਾਏ ਤੂੰ ਨਹੀਂ ਦੇਖੇਗਾ, ਤੇਰਾ ਪਰਿਵਾਰ ਦੇਖੇਗਾ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਗੁਰੂ ਗੋਬਿੰਦ ਸਿੰਘ ਜਿਸ ਘਰ ਦੇ ਵਿੱਚ ਪ੍ਰਗਟ ਹੋਏ, ਜਿਸ ਅਸਥਾਨ ਨੂੰ ਅਸੀਂ ਕਹਿੰਦੇ ਆ ਤਖਤ ਸ੍ਰੀ ਹਰਮੰਦਰ ਜੀ ਪਟਨਾ ਸਾਹਿਬ, ਉਹ ਪਾਵਨ ਧਰਤੀ ਹੈ ਜਿਹੜਾ ਸਾਲਸਰਾਏ ਦਾ ਘਰ, ਉਹ ਧਰਤੀ ਦੇ ਉੱਤੇ ਸਤਿਗੁਰੂ ਮਹਾਰਾਜ ਜੀ ਪ੍ਰਗਟ ਹੁੰਦੇ ਨੇ। ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ, ਹੁਣ ਦੇਖੋ ਪਰਿਵਾਰ ਜਿਹੜਾ ਹੈ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਗ੍ਰਹਿ ਵਿਖੇ ਤਕਰੀਬਨ 32-33 ਸਾਲ ਬਾਅਦ ਘਰ ਦੇ ਵਿੱਚ ਸੰਤਾਨ ਆਉਣੀ ਆ, ਤੇ ਸੱਚੇ ਪਾਤਸ਼ਾਹ ਗੁਰੂ ਤੇਗ ਬਹਾਦਰ ਉਸ ਰਾਤ ਵੀ ਢਾਕੇ ਦੇ ਵਿੱਚ ਪ੍ਰਚਾਰ ਕਰਨ ਵਾਸਤੇ ਪਹੁੰਚੇ ਨੇ। ਉਹ ਸਮਾਂ ਸੀ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਉਸ ਪਾਵਨ ਧਰਤੀ ਦੇ ਉੱਤੇ ਪੋਹ ਸੁਦੀ 7 ਨੂੰ ਅੰਮ੍ਰਿਤ ਵੇਲੇ ਪ੍ਰਗਟ ਹੋਏ, ਤੇ ਮਾਤ ਨਾਨਕੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਮਾਤਾ ਜੀ ਸੰਗਤ ਨੇ ਆ ਕੇ ਆਖਿਆ, ਕਹਿਣ ਲੱਗੇ ਮਾਂ ਤੇਰੇ ਘਰ ਦੇ ਵਿੱਚ ਪੋਤਰੇ ਨੇ ਜਨਮ ਲਿਆ ਹੈ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਪਰਿਵਾਰ ਨੂੰ ਵਧਾਈਆਂ ਮਿਲੀਆਂ।
ਸੰਗਤ ਨੇ ਅਨੇਕਾਂ ਤਰ੍ਹਾਂ ਦੇ ਨਾਲ ਉੱਥੇ ਸ਼ਬਦ ਗਾਇਨ ਕੀਤੇ। ਸਮਾਂ ਇਜਾਜ਼ਤ ਨਹੀਂ ਦਿੰਦਾ ਕਿ ਇਤਿਹਾਸ ਨੂੰ ਹੋਰ ਅੱਗੇ ਲੈ ਕੇ ਜਾਵਾਂ। ਸਾਰੀ ਸੰਗਤ ਦਾ ਧੰਨਵਾਦ, ਪ੍ਰਬੰਧਕ ਸੱਜਣਾ ਦਾ, ਪ੍ਰਧਾਨ ਸਰਦਾਰ ਗੁਰਮੀਤ ਸਿੰਘ ਜੀ, ਬਹੁਤ ਬਹੁਤ ਧੰਨਵਾਦ। ਧੰਨ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਪਾਤਸ਼ਾਹ ਜੀ ਦਾ ਕੋਟਾਨ ਕੋਟ ਸ਼ੁਕਰ, ਜਿਨ੍ਹਾਂ ਦੀ ਗੋਦ ਵਿੱਚ ਬੈਠ ਕਰਕੇ ਆਪ ਸੰਗਤਾਂ ਦੇ ਨਾਲ ਵਿਚਾਰ ਸਾਂਝੇ ਕੀਤੇ। ਬੋਲਦਿਆਂ ਹੋਈਆਂ ਬੇਅੰਤ ਭੁੱਲਾਂ ਦੀ ਖਿਮਾ। ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।